सो हेलो गाइस, वेलकम बैक टू माय चैनल कंसेप्ट्स इन डिटेल। आज हम करेंगे स्कोप और सब्जेक्ट मैटर ऑफ इंटरनेशनल पॉलिटिक्स बट इन पंजाबी। सो आई विल ट्राई टू स्पीक इन पंजाबी एज मच एज आई कैन। सो लेट्स स्टार्ट। आई होप ये इसका मीनिंग तो क्लियर होगा, पर मैं एक बार अगेन एक्सप्लेन कर देती हूँ इसको पंजाबी में। सो जिद्दां कि हुण जिहड़ी पॉलिटिक्स हुंदी हैगी आ साडे नैशनल लैवल दे विच साडी कंट्री दे अंदर जिहड़ी पॉलिटिक्स चलदी है ਉਹੀ पॉलिटिक्स ਜਦੋਂ ਅਸੀਂ ਕੰਟਰੀ ਤੋਂ ਬਾਹਰ ਵੱਡੇ ਲੈਵਲ 'ਤੇ ਦੇਖਦੇ ਹਨ, ਇੱਕ ਜਿੱਦਾਂ ਆਪਣੇ ਕੰਟਰੀ ਦੇ ਅੰਦਰ ਤਾਂ ਇੱਕ ਸਟੇਟ ਤੇ ਦੂਸਰੀ ਸਟੇਟ ਦੇ ਅੰਦਰ ਪੋਲੀਟਿਕਸ ਚੱਲਦੀਆਂ ਨੇ। ਹਾਂਜੀ, ਅਤੇ ਜੇਕਰ ਉਹੀ ਪੋਲੀਟਿਕਸ ਅਸੀਂ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਦੇ ਨਾਲ ਚਲਾਈਏ ਤਾਂ ਉਹਨੂੰ ਅਸੀਂ ਕਹਿ ਦਿੰਦੇ ਹਾਂ ਇੰਟਰਨੈਸ਼ਨਲ ਪੋਲੀਟਿਕਸ। ਠੀਕ ਹੈ, ਇਹਦੇ ਵਿੱਚ ਅਸੀਂ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਹਰ ਇੱਕ ਕੰਟਰੀ ਆਪਣੀ ਕੰਟਰੀ ਦਾ ਇੰਟਰਸਟ ਪੂਰਾ ਕਰਨ ਲਈ ਸਾਰਾ ਕੁਝ ਕਰਦੀ ਹੈ, ਵੱਡੇ ਤੋਂ ਵੱਡਾ ਤਰੀਕਾ ਵੀ ਅਜ਼ਮਾਉਂਦੀ ਹੈ ਕਿ ਉਹਦੇ ਜਿਹੜੇ ਇੰਟਰਸਟ ਹੈ, ਠੀਕ ਹੈ, ਉਹ ਪੂਰੇ ਹੋਣ। ਤਾਂ ਹਰ ਕੋਈ ਕੰਟਰੀ ਚਾਹੁੰਦੀ ਹੈ ਕਿ ਉਹ ਸਭ ਤੋਂ ਜ਼ਿਆਦਾ ਪਾਵਰਫੁਲ ਬਣੇ, ਤਾਂ ਉਹ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕਰਦੀ ਹੈ, ਆਪਣੀ ਮਿਲਟਰੀ ਪਾਵਰ ਸਟਰੋਂਗ ਕਰਦੀ ਹੈ, ਆਪਣੇ ਆਪ ਨੂੰ ਕਲਚਰਲੀ ਸਟਰੋਂਗ ਕਰਦੀ ਹੈ, ਆਪਣੇ ਆਪ ਨੂੰ ਇਕਨੋਮਿਕਲੀ ਸਟਰੋਂਗ ਕਰਨ ਵਾਸਤੇ ਉਹ ਹਰ ਇੱਕ ਟਰਾਈ ਕਰਦੀ ਹੈਗੀ ਆ ਵਿਦ ਅਨਦਰ ਕੰਟਰੀ। ਠੀਕ ਹੈ, ਸੋ ਇਹ ਸੀਗਾ ਮੀਨਿੰਗ। ਅਤੇ ਹੁਣ ਅਸੀਂ ਕਰਾਂਗੇ ਸਕੋਪ। ਠੀਕ ਹੈ, ਤਾਂ ਸਕੋਪ ਦਾ ਜਿਹੜਾ ਪਹਿਲਾ ਪੁਆਇੰਟ ਹੈ ਉਹ ਹੈਗਾ ਆ ਸਟੱਡੀ ਆਫ ਸਟੇਟ ਸਿਸਟਮ। ਇੰਟਰਨੈਸ਼ਨਲ ਪੋਲੀਟਿਕਸ ਦਾ ਸਕੋਪ ਕਾਫੀ ਜ਼ਿਆਦਾ ਹੈਗਾ ਹੈ ਕਿ ਇਹਦੇ ਵਿੱਚ ਜਦੋਂ ਅਸੀਂ ਕਿਸੇ ਵੀ ਸਟੇਟ ਦਾ ਸਿਸਟਮ ਜਦੋਂ ਵੀ ਅਸੀਂ ਪਤਾ ਕਰਨਾ ਆ, ਉਹਦੇ ਬਾਰੇ ਪੜ੍ਹਨਾ ਆ, ਤਾਂ ਸਾਨੂੰ ਇੰਟਰਨੈਸ਼ਨਲ ਪੋਲੀਟਿਕਸ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਮਦਦ ਕਰਦੀ ਹੈਗੀ ਹੈ। ਠੀਕ ਹੈ, ਇਹ ਦੱਸਿਆ ਕਿ ਕਿੱਦਾਂ ਮਦਦ ਕਰਦੀ ਹੈ ਅਤੇ ਕਿੰਨੀ ਜ਼ਰੂਰੀ ਹੈਗੀ ਹੈ। ਠੀਕ ਹੈ, ਇਹਨੇ ਲਿਖਿਆ ਜਿੱਦਾਂ ਕਿ ਸਾਨੂੰ ਪਹਿਲਾਂ ਪਤਾ ਹੈਗਾ ਹੈ ਕਿ ਜਿਹੜੀ ਸਟੱਡੀ ਰਿਲੇਸ਼ਨਸ ਆਪਾਂ ਕਰਦੇ ਹਾਂ ਇੱਕ ਦੂਜੇ ਦੇ ਕੰਟਰੀ ਦੇ ਵਿੱਚ ਸਾਡੀ ਕੀ ਰਿਲੇਸ਼ਨ ਹੈ, ਉਹਨਾਂ ਦੀ ਕੰਟਰੀ ਦੇ ਵਿੱਚ ਸਾਡੀ ਕੀ ਐਕਸ਼ਨਸ ਹੈ, ਅਸੀਂ ਕਿੱਦਾਂ ਇੱਕ ਤੋਂ ਦੂਸਰੀ ਕੰਟਰੀ ਦੇ ਨਾਲ ਇੰਟਰੈਕਟ ਕਰਦੇ ਪਏ ਹਾਂ। ਠੀਕ ਹੈ, ਅਲੱਗ ਅਲੱਗ ਕੰਟਰੀ ਸਟੇਟਸ ਮਤਲਬ ਸਟੇਟਸ ਨੂੰ, ਠੀਕ ਹੈ, ਪੋਲੀਟੀਕਲ ਸਾਇੰਸ ਦੇ ਵਿੱਚ ਅਸੀਂ ਇੱਕ ਕੰਟਰੀ ਨੂੰ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਸਟੇਟਸ ਬੋਲਦੇ ਹਾਂ। ਠੀਕ ਹੈ, ਤਾਂ ਕਨਫਿਊਜ਼ ਨਹੀਂ ਹੋਣਾ ਸਟੇਟ ਅਤੇ ਕੰਟਰੀ ਦੇ ਵਿੱਚ। ਅਤੇ ਅਲੱਗ ਅਲੱਗ ਕੰਟਰੀ ਦੇ ਵਿੱਚ ਸਾਡੇ ਕੀ ਇੰਟਰੈਕਟ ਕਰਦੇ ਹਾਂ, ਅਸੀਂ ਕਿੱਦਾਂ ਕਰਦੇ ਹਾਂ, ਉਹ ਸਾਰਾ ਅਸੀਂ ਸਟੇਟ ਸਿਸਟਮ ਵਿੱਚ ਪੜ੍ਹਨ ਲਈ ਹੈਲਪਫੁਲ ਕਰਦਾ ਸਾਨੂੰ ਕੌਣ ਇੰਟਰਨੈਸ਼ਨਲ ਪੋਲੀਟਿਕਸ। ਇੱਥੇ ਇਹ ਵੀ ਲਿਖਿਆ ਕਿ ਜਿਹੜੇ ਅਲੱਗ ਅਲੱਗ ਕੰਟਰੀ ਜਿਹੜੀ ਹੈ, ਕੋਈ ਕੰਟਰੀ ਜ਼ਿਆਦਾ ਪੂਰ ਹੁੰਦੀ ਹੈ, ਕਈ ਕੰਟਰੀ ਰਿਚ ਹੁੰਦੀ ਹੈ, ਕੋਈ ਕੰਟਰੀ ਪਾਵਰਫੁਲ ਹੁੰਦੀ ਹੈ, ਕੋਈ ਕੰਟਰੀ ਵੀਕ ਹੁੰਦੀ ਹੈ। ਠੀਕ ਹੈ, ਅਤੇ ਇਹ ਸਾਰਾ ਕੁਝ ਜਿਹੜਾ ਕਿ ਹੈਗਾ ਵਿਊ ਪੁਆਇੰਟ ਸਮਝਣ ਵਾਸਤੇ ਸਾਨੂੰ ਇੰਟਰਨੈਸ਼ਨਲ ਪੋਲੀਟਿਕਸ ਦੀ ਲੋੜ ਪੈਂਦੀ ਹੈ। ਠੀਕ ਹੈ, ਅਤੇ ਕਹਿੰਦੇ ਕੋਈ ਵੀ ਕੰਟਰੀ ਸੇਮ ਨਹੀਂ ਹੁੰਦੀ, ਅਸੀਂ ਕੋਈ ਵੀ ਕੰਟਰੀ ਨੂੰ ਕੰਪੈਰੀਜ਼ਨ ਕਰ ਸਕਦੇ ਕਿ ਕੰਟਰੀ ਇਕੁਅਲ ਹੈ, ਨਹੀਂ, ਹਰ ਇੱਕ ਕੰਟਰੀ ਕਿਸੇ ਨਾ ਕਿਸੇ ਕੰਟਰੀ ਨਾਲੋਂ ਵੱਧ ਘੱਟ ਜ਼ਰੂਰ ਹੋਵੇਗੀ। ਠੀਕ ਹੈ, ਅਤੇ ਹੁਣ ਕਹਿੰਦੇ ਆ ਕਿ ਐਵਰੀ ਸਟੇਟ ਹੈਜ਼ ਇਟਸ ਓਨ ਇੰਪੋਰਟੈਂਸ। ਤਾਂ ਵੀ ਅਗਰ ਕੋਈ ਕੰਟਰੀ ਪੂਅਰ ਹੈ, ਰਿਚ ਹੈ, ਤਾਂ ਵੀ ਕੀ ਹੋਏਗਾ ਕਿ ਉਹਨਾਂ ਦੀ ਆਪਣੀ ਇੰਪੋਰਟੈਂਸ ਹੋਏਗੀ। ਇਹ ਨਹੀਂ ਹੋਏਗਾ ਕਿ ਅਗਰ ਕੋਈ ਕੰਟਰੀ ਪੂਅਰ ਹੈ ਜਾਂ ਫਿਰ ਰਿਚ ਹੈ ਉਹਦੀ ਕੋਈ ਇੰਪੋਰਟੈਂਸ ਨਹੀਂ ਹੋਏਗੀ, ਇੱਦਾਂ ਕੁਛ ਨਹੀਂ ਹੋਏਗਾ। ਤਾਂ ਕਹਿੰਦੇ ਹਰ ਇੱਕ ਕੰਟਰੀ ਦੀ ਆਪਣੀ ਇੱਕ ਇੰਡੀਵਿਜੂਅਲ ਕੀ ਹੋਏਗੀ, ਇੰਪੋਰਟੈਂਸ ਹੋਏਗੀ। ਠੀਕ ਹੈ, ਅਗਲਾ ਪੁਆਇੰਟ ਹੈਗਾ ਸਟੱਡੀ ਆਫ ਰਿਲੇਸ਼ਨ ਅਮੰਗ ਸਟੇਟਸ। ਮਤਲਬ ਇੱਕ ਕੰਟਰੀ ਅਤੇ ਦੂਸਰੀ ਕੰਟਰੀ ਨਾਲ ਕਿਹੋ ਜਿਹੇ ਰਿਲੇਸ਼ਨਸ ਹੈਗੇ ਹਨ, ਅਤੇ ਇਹਨਾਂ ਰਿਲੇਸ਼ਨਸ ਦੀ ਸਟੱਡੀ ਕਰਨ ਵਿੱਚ ਸਾਨੂੰ ਇੰਟਰਨੈਸ਼ਨਲ ਪੋਲੀਟਿਕਸ ਜਿਹੜੀ ਹੈਗੀ ਆ ਉਹ ਮਦਦ ਕਰਦੀ ਹੈਗੀ ਹੈ। ਕਹਿੰਦੇ ਦਾ ਰਿਲੇਸ਼ਨ ਅਮੰਗ ਸਟੇਟਸ ਆਰ ਵੈਰੀ ਕੰਪਲੈਕਸ। ਕਹਿੰਦੇ ਇੱਕ ਸਟੇਟ ਦੇ ਦੂਸਰੇ ਸਟੇਟ ਦੇ ਜਿਹੜੇ ਰਿਲੇਸ਼ਨ ਹੁੰਦੇ ਹਨ ਉਹ ਬੜੀ ਜ਼ਿਆਦਾ ਕੰਪਲੈਕਸ ਹੁੰਦੇ ਹਨ। ਕਿਉਂਕਿ ਜਿਹੜੀ ਇੱਕ ਕੰਟਰੀ ਦੇ ਵਿੱਚ ਕਾਫੀ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੂੰ ਕੰਟਰੀ ਨੂੰ ਇਫੈਕਟ ਕਰਦੀਆਂ ਹਨ, ਜਿਵੇਂ ਕਿ ਕਹਿੰਦੇ ਉਹਦੀ ਜੋਗਰਾਫੀ, ਠੀਕ ਹੈ, ਰਿਲੀਜੀਅਸ, ਪੋਲੀਟੀਕਲੀ ਕਿੱਦਾਂ ਦਾ ਹੈਗਾ। ਠੀਕ ਹੈ, ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਜਿਹੜੇ ਇੰਟਰਨੈਸ਼ਨਲ ਰਿਲੇਸ਼ਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੀ ਕਰਦੀਆਂ ਹਨ, ਇਫੈਕਟ ਕਰਦੀਆਂ ਹਨ। ਕਿਵੇਂ ਕਿ ਜੇ ਤਾਂ ਸਾਡਾ ਕੋਈ ਕਲਚਰਲ ਮਤਲਬ ਜਿੱਦਾਂ ਕੋਈ ਮੁਸਲਿਮ ਕਲਚਰ ਦੀ ਸਟੇਟ ਹੈ ਅਤੇ ਉਹਦੇ ਮੁਸਲਿਮ ਕਲਚਰ ਸਟੇਟ ਦੇ ਨਾਲ ਰਿਲੇਸ਼ਨ ਬਹੁਤ ਹੀ ਵਧੀਆ ਹੋਣਗੇ ਐਜ਼ ਕੰਪੇਅਰ ਟੂ ਅਗਰ ਅਸੀਂ ਹਿੰਦੂ ਕੰਟਰੀਜ਼ ਦੇ ਨਾਲ ਦੇਖੀਏ। ਠੀਕ ਹੈ, ਇਵੇਂ ਕਹਿੰਦੇ ਕਿ ਜਿਹੜੇ ਰਿਲੇਸ਼ਨਸ ਹੁੰਦੇ ਹਨ ਉਹਨੂੰ ਸਮਝਣ ਲਈ ਇੰਟਰਨੈਸ਼ਨਲ ਪੋਲੀਟਿਕਸ ਜਿਹੜਾ ਹੈਗਾ ਬਹੁਤ ਵਧੀਆ ਰੋਲ ਪਲੇ ਕਰਦਾ ਹੈਗਾ। ਠੀਕ ਹੈ, ਅਗਲਾ ਹੈਗਾ ਸਟੱਡੀ ਆਫ ਨੈਸ਼ਨਲ ਇੰਟਰਸਟ। ਹੁਣ ਜਿਵੇਂ ਕਿ ਮੈਂ ਮੀਨਿੰਗ 'ਚ ਦੱਸਿਆ ਸੀਗਾ ਕਿ ਹਰ ਇੱਕ ਕੰਟਰੀ ਦੇ ਆਪਣੇ ਨੈਸ਼ਨਲ ਇੰਟਰਸਟ ਹੁੰਦੇ ਹਨ। ਠੀਕ ਹੈ, ਉਹਨਾਂ ਦੇ ਲੋਕਾਂ ਦੇ, ਉਹਨਾਂ ਦੀ ਕੰਟਰੀ ਦੇ ਕਿਹੜੇ ਨੈਸ਼ਨਲ ਇੰਟਰਸਟ ਹੈ ਉਹ ਸਾਰਿਆਂ ਦੇ ਅਲੱਗ-ਅਲੱਗ ਹੁੰਦੇ ਹਨ। ਠੀਕ ਹੈ, ਅਤੇ ਨੈਸ਼ਨਲ ਇੰਟਰਸਟ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਕੀ ਕਰਦੇ ਹਨ, ਆਪਣੀ ਫੋਰਨ ਪੋਲਿਸੀਜ਼ ਬਣਾਉਂਦੇ ਹਨ। ਫੋਰਨ ਪੋਲਿਸੀਜ਼ ਕਿਹੜੀਆਂ ਹੁੰਦੀਆਂ ਹਨ, ਜਿਹੜੀ ਪੋਲਿਸੀਜ਼ ਅਸੀਂ ਕੰਟਰੀ ਤੇ ਦੂਸਰੀ ਕੰਟਰੀ ਦੇ ਅੰਦਰ ਬਣਾਉਂਦੇ ਹਨ ਉਹਨੂੰ ਅਸੀਂ ਕਹਿੰਦੇ ਹਾਂ ਫੋਰਨ ਪੋਲਿਸੀ। ਫੋਰ ਐਗਜ਼ਾਮਪਲ ਜੇ ਅਸੀਂ ਚਾਈਨਾ ਅਤੇ ਆਪਣੇ ਇੰਡੀਆ ਦੇ ਵਿੱਚ ਜਾ ਕੇ ਕੱਲ੍ਹ ਨੂੰ ਕੁਛ ਐਗਰੀਮੈਂਟ ਵਗੈਰਾ ਸਾਈਨ ਕਰੀਏ, ਠੀਕ ਹੈ, ਇੱਕ ਦੂਜੇ ਦੇ ਨਾਲ, ਤਾਂ ਉਸ ਦੇ ਰਿਲੇਟਿਡ ਅਸੀਂ ਫੋਰਨ ਪੋਲਿਸੀਜ਼ ਬਣਾਉਂਦੇ ਪਏ ਹਾਂ। ਠੀਕ ਹੈ, ਤਾਂ ਸਾਡੇ ਨੈਸ਼ਨਲ ਇੰਟਰਸਟ ਦੇ ਵਿੱਚ ਇਹ ਓਬਜੈਕਟਿਵ ਹੋਵੇ ਕਿ ਅਸੀਂ ਫੋਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪ੍ਰੋਵਾਈਡ ਕਰਾਉਣੇ ਆ, ਤਾਂ ਅਸੀਂ ਕੀ ਕਰਾਂਗੇ, ਫੋਰਨ ਪੋਲਿਸੀ ਚਾਈਨਾ ਵਾਲਿਆਂ ਨੂੰ ਜ਼ਿਆਦਾ ਵਧੀਆ ਰੱਖਾਂਗੇ। ਕਿਉਂਕਿ ਜ਼ਿਆਦਾਤਰ ਮੋਬਾਈਲ ਚਾਈਨਾ ਦੇ ਸਾਡੇ ਲੋਕ ਪ੍ਰੈਫਰ ਕਰਦੇ ਹਨ। ਠੀਕ ਹੈ, ਤਾਂ ਇਸ ਕਰਕੇ ਸਾਡੀ ਫੋਰਨ ਪੋਲਿਸੀ ਸਾਡੇ ਨੈਸ਼ਨਲ ਇੰਟਰਸਟ ਦੇ ਉੱਤੇ ਹੀ ਡਿਪੈਂਡ ਹੁੰਦੀ ਹੈ। ਠੀਕ ਹੈ, ਅਗਲਾ ਪੁਆਇੰਟ ਹੈ ਸਟੱਡੀ ਆਫ
ਨੈਸ਼ਨਲ ਪਾਵਰ, ਠੀਕ ਹੈ। ਮੈਂ ਮੀਨਿੰਗ 'ਚ ਵੀ ਦੱਸਿਆ ਸੀਗਾ ਕਿ ਕਿਵੇਂ ਹਰ ਇੱਕ ਕੰਟਰੀ ਚਾਹੁੰਦੀ ਹੈ ਕਿ ਉਹ ਸਭ ਤੋਂ ਜ਼ਿਆਦਾ ਪਾਵਰਫੁਲ ਕੰਟਰੀ ਬਣੇ, ਠੀਕ ਹੈ। ਇਹਦੇ ਲਈ ਹਰ ਇੱਕ ਕੰਟਰੀ ਜੋ ਹੈ ਹਰ ਇੱਕ ਮੀਨ ਟਰਾਈ ਕਰਦੀ ਹੈ ਤਾਂ ਕਿ ਉਹ ਵੱਧ ਤੋਂ ਵੱਧ ਪਾਵਰਫੁਲ ਬਣੇ। ਜਿਵੇਂ ਕਿ ਹੁਣ USA ਵੀ ਹੈ, ਹਾਲਾਂਕਿ ਉਹ ਹਲੇ ਵੀ ਪਾਵਰਫੁਲ ਕੰਟਰੀ ਹੈਗੀ ਆ, ਪਰ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਉਹ ਬੈਠ ਗਿਆ ਕੰਟਰੀ ਕਿ ਵੀ ਬਸ ਹੁਣ ਮੈਂ ਪਾਵਰਫੁਲ ਬਣ ਗਿਆ ਅਤੇ ਮੈਂ ਹੋਰ ਕੁਛ ਨਹੀਂ ਕਰਨਾ। ਉਹ ਸਟਿਲ ਨਵੇਂ ਤੋਂ ਨਵੇਂ ਵੈਪਨ ਟਰਾਈ ਕਰਦਾ ਹੈਗਾ, ਬਣਾਉਂਦਾ ਹੈਗਾ ਤਾਂ ਕਿ ਉਹ ਹੋਰ ਤੋਂ ਹੋਰ ਪਾਵਰਫੁਲ ਕੰਟਰੀ ਬਣੇ। ਇਸ ਲਈ ਇੱਥੇ ਇੱਕ ਔਥਰ ਨੇ ਸਕੋਲਰਸ ਨੇ ਵੀ ਕਿਹਾ ਹੈ ਕਿ ਕਿਵੇਂ ਇੱਕ ਕੰਟਰੀ ਨੂੰ ਹੋਰ ਤੋਂ ਹੋਰ ਪਾਵਰਫੁਲ ਬਣਨ ਦੀ ਭੁੱਖ ਜਿਹੜੀ ਹੈਗੀ ਵੱਧਦੀ ਰਹਿੰਦੀ ਹੈ, ਕਦੇ ਖਤਮ ਨਹੀਂ ਹੁੰਦੀ, ਠੀਕ ਹੈ। ਨੈਕਸਟ ਪੁਆਇੰਟ ਹੈਗਾ ਸਟੱਡੀ ਆਫ ਇੰਟਰਨੈਸ਼ਨਲ ਲੋ। ਹੁਣ ਹਰ ਇੱਕ ਕੰਟਰੀ ਦੇ ਅਲੱਗ ਅਲੱਗ ਇੰਟਰਨੈਸ਼ਨਲ ਲੈਵਲ 'ਤੇ ਲੋ ਹੁੰਦੇ ਹਨ, ਠੀਕ ਹੈ। ਚਾਈਨਾ ਦੇ ਨਾਲ ਅਸੀਂ ਅਲੱਗ ਤਰ੍ਹਾਂ ਦੇ ਲੋਜ਼ ਵਰਤਾਂਗੇ, USA ਨਾਲ ਅਲੱਗ ਤਰ੍ਹਾਂ ਦੇ ਲੋ ਵਰਤਣਗੇ। ਤਾਂ ਇਹ ਡਿਪੈਂਡ ਕਰਦਾ ਹੈਗਾ ਕਿ ਸਾਡੀ ਇੰਟਰਨੈਸ਼ਨਲ ਅਸੀਂ ਟ੍ਰੀਟੀਜ਼ ਕਿੱਦਾਂ ਦੀਆਂ ਸਾਈਨ ਕੀਤੀਆਂ ਹੋਈਆਂ ਨੇ ਇੱਕ ਦੂਜੇ ਦੇ ਨਾਲ, ਠੀਕ ਹੈ। ਤਾਂ ਅਗਰ ਤਾਂ ਸਾਡੀ ਰਿਲੇਸ਼ਨਸ ਵਧੀਆ ਹੈਗੇ ਤਾਂ ਸਾਡੇ ਉਹਨਾਂ ਦੇ ਲਈ ਲੋ ਵੀ ਵਧੀਆ ਹੋਣਗੇ। ਤਾਂ ਕਹਿੰਦੇ ਕਿ ਜਿਹੜੇ ਇੰਟਰਨੈਸ਼ਨਲ ਲੋ ਹੋਣੇ ਬੜੇ ਜ਼ਰੂਰੀ ਆ ਅੱਜ ਦੇ ਟਾਈਮ ਦੇ ਵਿੱਚ, ਕਿਉਂਕਿ ਅਗਰ ਇੰਟਰਨੈਸ਼ਨਲ ਲੋ ਨਹੀਂ ਹੋਣਗੇ ਤਾਂ ਉੱਥੇ ਕੀ ਆ ਜਾਏਗੀ, ਅਨਾਰਕੀ ਆ ਜਾਏਗੀ। ਅਤੇ ਜਦੋਂ ਵੋਰ ਹੁੰਦੀ ਹੈ, ਪੀਸ ਹੁੰਦੀ ਹੈ, ਉਦੋਂ ਵੀ ਇੰਟਰਨੈਸ਼ਨਲ ਲੋ ਹੀ ਹੁੰਦੇ ਹਨ ਜਿਹੜੇ ਕਿ ਸਾਨੂੰ ਮਦਦ ਕਰਦੇ ਹਨ ਉਹ ਵਾਲੀ ਸਿਚੁਏਸ਼ਨ ਤੋਂ ਬਾਹਰ ਆਉਣ ਨੂੰ, ਠੀਕ ਹੈ। ਇੰਟਰਨੈਸ਼ਨਲ ਲੋ ਨਹੀਂ ਹੋਣਗੇ ਤਾਂ ਹਰ ਕੋਈ ਇੱਕ ਦੂਸਰੇ ਦੀ ਕੰਟਰੀ ਦੇ ਵਿੱਚ ਆ ਕੇ ਕੀ ਕਰੂੰਗਾ, ਐਂਟਰ ਕਰਨ ਦੀ ਕੋਸ਼ਿਸ਼ ਕਰਦਾ ਰਹੂੰਗਾ, ਠੀਕ ਹੈ। ਨੈਕਸਟ ਹੈਗਾ ਪੁਆਇੰਟ ਸਟੱਡੀ ਆਫ ਫੋਰਨ ਪੋਲਿਸੀ। ਹੁਣ ਜਿਵੇਂ ਮੈਂ ਪਿੱਛੇ ਦੱਸਿਆ ਕਿ ਸਾਡੀ ਜਿਹੜੇ ਫੋਰਨ ਪੋਲਿਸੀ ਕਿਵੇਂ ਬਣਦੀ ਹੈ, ਨੈਸ਼ਨਲ ਇੰਟਰਸਟ ਕਿਹੋ ਜਿਹੇ ਹਨ ਉਹਨਾਂ ਉੱਤੇ ਸਾਡੀ ਫੋਰਨ ਪੋਲਿਸੀ ਬਣਦੀ ਹੈਗੀ ਹੈ। ਇੱਕ ਕੰਟਰੀ ਤੋਂ ਦੂਸਰੀ ਕੰਟਰੀ ਦੇ ਵਿੱਚ ਜਦੋਂ ਅਸੀਂ ਆਪਣੀ ਪੋਲਿਸੀਜ਼ ਬਣਾਉਂਦੇ ਉਹਨੂੰ ਅਸੀਂ ਫੋਰਨ ਪੋਲਿਸੀ ਕਹਿੰਦੇ ਹਨ। ਕਹਿੰਦੇ ਕਿ ਸਾਡੇ ਮਿਊਚੁਅਲ ਰਿਲੇਸ਼ਨ ਆਪਸ ਦੇ ਵਿੱਚ ਅਲੱਗ ਅਲੱਗ ਕੰਟਰੀ ਦੇ ਵਿੱਚ ਆਪਸ 'ਚ ਰਿਲੇਸ਼ਨ ਕਿਹੋ ਜਿਹੇ ਹਨ ਉਹਦੇ ਉੱਤੇ ਸਾਡੀ ਫੋਰਨ ਪੋਲਿਸੀ ਵੀ ਡਿਪੈਂਡ ਹੁੰਦੀ ਹੈ। ਮੈਨੀ ਸਕੋਲਰ ਐਕਸੈਪਟ ਇੰਟਰਨੈਸ਼ਨਲ ਪੋਲਿਟਿਕਸ ਇੰਟਰੈਕਸ਼ਨ ਅਮੰਗ ਦਾ ਫੋਰਨ ਪੋਲਿਸੀ ਔਰ ਡਿਫਰੈਂਟ ਨੇਸ਼ਨ, ਕਿ ਜਦੋਂ ਅਸੀਂ ਅਲੱਗ ਅਲੱਗ ਨੇਸ਼ਨਸ ਦੇ ਵਿੱਚ ਇੰਟਰੈਕਟ ਕਰਦੇ ਹਾਂ ਤਾਂ ਸਾਡੀ ਫੋਰਨ ਪੋਲਿਸੀ ਉਹੋ ਜਿਹੀ ਚੇਂਜ ਹੁੰਦੀ ਰਹਿੰਦੀ ਹੈਗੀ ਹੈ। ਅਗਲਾ ਪੁਆਇੰਟ ਹੈਗਾ ਹੈ ਸਟੱਡੀ ਆਫ ਇੰਟਰਨੈਸ਼ਨਲ ਔਰਗਨਾਈਜੇਸ਼ਨ। ਤਾਂ ਅੱਜ ਦੇ ਟਾਈਮ ਦੇ ਵਿੱਚ ਵਰਲਡ ਲੈਵਲ 'ਚ ਕਾਫੀ ਸਾਰੀਆਂ ਇੰਟਰਨੈਸ਼ਨਲ ਔਰਗਨਾਈਜੇਸ਼ਨ ਹੈਗੀਆਂ, ਜਿਵੇਂ ਕਿ ਨੈਟੋ ਦਾ ਅੱਜ ਕੱਲ੍ਹ ਤੁਸੀਂ ਨਾਮ ਸੁਣਿਆ ਹੀ ਹੋਵੇਗਾ ਕਿ ਕਿਵੇਂ ਨੈਟੋ ਅੱਜ ਦੇ ਟਾਈਮ ਦੇ ਵਿੱਚ ਬੜੀ ਜ਼ਿਆਦਾ ਚਰਚਿਤ ਹੈਗੀ ਹੈ। ਨੈਟੋ ਹੈਗੀ ਨਾਰਥ ਅਟਲਾਂਟਿਕ ਟ੍ਰੀਟੀ ਔਰਗਨਾਈਜੇਸ਼ਨ, ਕਿ ਇਹਦੇ ਵਿੱਚ ਜ਼ਿਆਦਾਤਰ ਉਹ ਲੋਕੀ ਹਨ, ਉਹ ਕੰਟਰੀਜ਼ ਹਨ ਯੂਰਪ ਹੈਗਾ ਹੈ, ਠੀਕ ਹੈ, ਸਾਰਾ ਅਮੈਰੀਕਾ ਹੈਗਾ ਆ, UK ਹੈਗਾ ਆ, ਇਹ ਸਾਰੀ ਕੰਟਰੀਜ਼ ਨੈਟੋ ਦੇ ਵਿੱਚ ਹੈਗੀਆਂ ਨੇ। ਯੂਰੋਪੀਅਨ ਯੂਨੀਅਨ ਹੈਗੀ ਇਹਦੇ ਵਿੱਚ, ਇਹਦੇ ਜ਼ਿਆਦਾਤਰ ਸਾਰੀ ਯੂਰਪ ਦੀ ਕੰਟਰੀਜ਼ ਹੈਗੀਆਂ ਆਪਸ 'ਚ, ਕਿਉਂਕਿ ਟ੍ਰੇਡ ਵਗੈਰਾ ਕਰਨਾ ਹੋਵੇ ਤਾਂ ਸੌਖਾ ਹੋ ਜਾਂਦਾ ਇਹਨਾਂ ਨੂੰ। ਤਾਂ ਇਵੇਂ ਇਹਦੇ ਕਰਕੇ G20 ਹੈ, G8 ਹੈ, ਤਾਂ ਸਾਰੇ ਅਲੱਗ ਅਲੱਗ ਕੰਟਰੀਜ਼ ਨੇ ਆਪਣੇ ਇਵੇਂ ਨਹੀਂ ਹੈ ਕਿ ਸਿਰਫ USA ਨੇ ਸਾਰੀਆਂ ਬਣਾਈਆਂ। ਹਰ ਇੱਕ ਕੰਟਰੀ ਨੇ ਕਿਸੇ ਨੇ 4 ਗਰੁੱਪਸ 'ਚ ਕੰਟਰੀਜ਼ ਬਣਾਏ, 4 ਕੰਟਰੀਜ਼ ਦੇ ਗਰੁੱਪ ਨੇ ਬਣਾ ਕੇ ਕੋਈ ਔਰਗਨਾਈਜੇਸ਼ਨ ਬਣਾਈ ਆ, ਠੀਕ ਹੈ। 5 ਲੋਕਾਂ ਨੇ 5 ਕੰਟਰੀਜ਼ ਨੇ ਮਿਲ ਕੇ, ਤਾਂ ਕਰਕੇ ਕਾਫੀ ਸਾਰੀ ਔਰਗਨਾਈਜੇਸ਼ਨ ਹੈਗੀਆਂ ਨੇ ਤਾਂ ਕਿ ਵਰਲਡ ਵਾਰ ਸੈਕਿੰਡ ਤੋਂ ਬਾਅਦ ਜੋ ਕੰਮ ਹੋਇਆ ਉਹ ਦੁਬਾਰਾ ਕੰਮ ਨਾ ਹੋਵੇ, ਠੀਕ ਹੈ। ਮਤਲਬ ਵਰਲਡ ਵਾਰ ਸੈਕਿੰਡ ਦੇ ਵਿੱਚ ਕੋਈ ਔਰਗਨਾਈਜੇਸ਼ਨ ਨਹੀਂ ਸੀ ਜੋ ਕਿ ਉਹਨੂੰ ਡੀਲ ਕਰ ਸਕੇ, ਲੜਾਈ ਮਾਫ ਕਰ ਸਕੇ, ਠੀਕ ਹੈ। ਤਾਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਉਹਨੇ ਇੰਨੀਆਂ ਸਾਰੀ ਔਰਗਨਾਈਜੇਸ਼ਨ ਬਣਾਈਆਂ ਹੈ ਤਾਂ ਕਿ ਪੀਸ ਵਗੈਰਾ ਜਿਹੜਾ ਹੈਗਾ ਅਤੇ ਰਿਲੇਸ਼ਨ ਜਿਹੜੀਆਂ ਹੈਗੀਆਂ ਇੰਟਰਨੈਸ਼ਨਲ ਰਿਲੇਸ਼ਨ ਉਹ ਵਧੀਆ ਬਣ ਸਕਣ। OPEC ਜਿਹੜੀ ਹੈਗੀ ਆ ਉਹ ਓਇਲ ਪੈਟਰੋਲੀਅਮ ਇਕਨੋਮਿਕ ਕਾਰਪੋਰੇਸ਼ਨ ਹੈਗੀ, ਇਹਦੇ ਵਿੱਚ ਸਾਰੇ ਓਇਲ ਜਿਹੜੀ ਕੰਟਰੀਜ਼ ਓਇਲ ਵਗੈਰਾ ਪ੍ਰੋਡਿਊਸ ਕਰਦੀਆਂ ਹੁਣ ਸਾਰੀਆਂ ਕੰਟਰੀ ਇੱਕ OPEC ਦੇ ਵਿੱਚ ਔਰਗਨਾਈਜੇਸ਼ਨ ਦੇ ਵਿੱਚ ਬਾਉਂਡ ਕੀਤੀਆਂ ਗਈਆਂ ਹਨ, ਠੀਕ ਹੈ। ਅਗਲਾ ਪੁਆਇੰਟ ਹੈਗਾ ਜੀ, ਮੈਂ ਉਹੀ ਕਰਵਾਉਂਗੀ ਜਿਹੜੇ ਪੁਆਇੰਟਸ ਇੰਪੋਰਟੈਂਟਸ ਜਿਹੜੇ ਵਧੀਆ ਹਨ, ਠੀਕ ਹੈ। ਮੈਂ ਫਾਲਤੂ ਪੁਆਇੰਟ ਨਹੀਂ ਕਰਾਉਂਗੀ ਕਿਉਂਕਿ ਪੇਪਰ ਦੇ ਵਿੱਚ ਮੇਰੇ ਅਕੋਰਡਿੰਗ 7 to 8 ਪੁਆਇੰਟਸ ਇਨਫ ਹਨ, ਕਿਉਂਕਿ ਅਸੀਂ ਮੀਨਿੰਗ ਵੀ ਵੱਧ ਫੁਲਾ ਕੇ ਲਿਖਣਾ ਹੈਗਾ ਆ, ਫਿਰ ਉਸ ਤੋਂ ਬਾਅਦ ਉਹਨੂੰ ਐਕਸਪਲੇਨ ਵੀ ਕਰਨਾ, ਥੋੜ੍ਹੇ ਜਿਹੇ ਨੇਚਰਸ ਦੇ ਪੁਆਇੰਟ ਵੀ ਲਿਖਾਂਗੇ, ਫਿਰ ਸਕੋਪ ਲਿਖਾਂਗੇ ਅਤੇ ਕਾਫੀ ਪੁਆਇੰਟ ਬਣ ਜਾਣਗੇ, ਠੀਕ ਹੈ। ਇਸ ਲਈ 7 to 8 ਇਜ਼ ਮੈਕਸੀਮਮ ਪੁਆਇੰਟ, ਠੀਕ ਹੈ। ਨੈਕਸਟ ਹੈ ਸਟੱਡੀ ਆਫ ਆਈਡੀਓਲੋਜੀਜ਼। ਹੁਣ ਸਟੱਡੀ ਆਫ ਆਈਡੀਓਲੋਜੀਜ਼ ਕਿੱਦਾਂ ਹੁੰਦੀਆਂ ਆ, ਇਹਦੇ 'ਚ ਅਸੀਂ ਕੀ ਕਰਦੇ ਹਾਂ ਆਈਡੀਓਲੋਜੀਜ਼ ਦੇ ਵਿੱਚ। ਹੁਣ ਹਰ ਇੱਕ ਕੰਟਰੀ ਦੀ ਕਹਿੰਦੇ ਕਿ ਅਲੱਗ ਅਲੱਗ ਆਈਡੀਓਲੋਜੀਜ਼ ਹੁੰਦੀਆਂ, ਹਰ ਇੱਕ ਕੰਟਰੀ ਇੱਕ ਅਲੱਗ ਆਪਣੀ ਆਈਡੀਓਲੋਜੀ ਆਈ ਥਿੰਕ ਵਿਚਾਰਧਾਰਾ ਹੁੰਦੀ ਹੈ, ਅਗਰ ਮੈਂ ਗਲਤ ਨਾ ਹੋਵਾਂ, ਅਤੇ ਅਲੱਗ ਅਲੱਗ ਵਿਚਾਰਧਾਰਾ ਉੱਤੇ ਕਹਿੰਦੇ ਬਣੀ ਹੁੰਦੀ ਆ। ਅਤੇ ਅਲੱਗ ਅਲੱਗ ਆਈਡੀਓਲੋਜੀਜ਼ ਹੈਗੀਆਂ ਜਿਵੇਂ ਕਿ ਸੋਸ਼ਲਿਜ਼ਮ, ਕਮਿਊਨਿਜ਼ਮ, ਕੈਪੀਟਲਿਜ਼ਮ, ਨਾਜ਼ਿਜ਼ਮ, ਫਾਸਿਜ਼ਮ, ਠੀਕ ਹੈ। ਇਹ ਸਾਰੀਆਂ ਕੰਟਰੀਜ਼ ਦੀਆਂ ਆਈਡੀਓਲੋਜੀਜ਼ ਹੁੰਦੀਆਂ ਹਨ ਅਤੇ ਇਹ ਹੋਣੀਆਂ ਕਹਿੰਦੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ, ਕਿਉਂਕਿ ਇਹਨਾਂ ਤੋਂ ਪਤਾ ਲੱਗਦਾ ਹੈ ਇਹ ਕੰਟਰੀ ਕਿਹਨੂੰ ਸਪੋਰਟ ਕਰਦੀ ਹੈ, ਉਹਨਾਂ ਦੀ ਆਈਡੀਓਲੋਜੀਜ਼ ਤੋਂ ਹੀ ਪਤਾ ਲੱਗਦਾ ਹੈ। ਕਹਿੰਦੇ ਜਦੋਂ ਵਰਲਡ ਵਾਰ 2 ਖਤਮ ਹੋਈ 1991 ਦੇ ਵਿੱਚ, ਉਦੋਂ ਕੀ ਹੋਇਆ, ਸਾਰੀ ਸਾਰਾ ਵਰਲਡ ਜਿਹੜਾ ਹੈਗਾ 2 ਬਲੋਕਸ ਦੇ ਵਿੱਚ ਵੰਡ ਗਿਆ, ਇੱਕ ਸੀਗਾ ਸੋਵੀਅਤ ਬਲੋਕ ਅਤੇ ਇੱਕ ਸੀ ਵੈਸਟਰਨ ਬਲੋਕਸ, ਠੀਕ ਹੈ। ਜਦੋਂ ਸੋਵੀਅਤ ਯੂਨੀਅਨ ਟੁੱਟੀ ਵਰਲਡ ਵਾਰ 1991 ਦੇ ਵਿੱਚ ਨਹੀਂ ਖਤਮ ਹੋਈ ਸੀ, ਇਹ ਐਕਚੁਅਲੀ ਸੋਵੀਅਤ ਯੂਨੀਅਨ ਜਿਹੜਾ ਹੈਗਾ 1991 ਦੇ ਵਿੱਚ ਟੁੱਟਿਆ ਸੀਗਾ, ਜਿਹਦੇ ਕਰਕੇ ਜਿਹੜਾ ਸੋਵੀਅਤ ਬਲੋਕ ਹੈ ਉਹ ਵੀ ਖਤਮ ਹੋ ਗਿਆ। ਅਤੇ ਫਿਰ ਉਸ ਤੋਂ ਬਾਅਦ ਕਹਿੰਦੇ ਸਾਰੇ ਕੰਟਰੀ ਵਿੱਚ ਜਿਹੜੀ ਆਈਡੀਓਲੋਜੀਜ਼ ਹੈਗੀਆਂ ਆ ਉਹਦਾ ਇੰਪੈਕਟ ਬਹੁਤ ਜ਼ਿਆਦਾ ਵੱਧ ਗਿਆ ਅਤੇ ਅੱਜ ਦੇ ਟਾਈਮ ਦੇ ਸਾਰੇ ਕੰਟਰੀਜ਼ ਦੇ ਵਿੱਚ ਕੋਈ ਨਾ ਕੋਈ ਆਈਡੀਓਲੋਜੀ। ਸਟੱਡੀ ਆਫ ਇਸ਼ੂਜ਼ ਰਿਲੇਟਿਡ ਟੂ ਇਨਵਾਇਰਮੈਂਟ ਪ੍ਰੋਟੈਕਸ਼ਨ।
ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹੈਗਾ ਆ ਪੋਲਿਊਸ਼ਨ ਜਿਹੜਾ ਹੈ ਕਾਫੀ ਜ਼ਿਆਦਾ ਵੱਧ ਚੁੱਕਿਆ। ਪੋਲਿਊਸ਼ਨ ਵਧਣ ਦੇ ਨਾਲ ਕੀ ਹੋ ਰਿਹਾ, ਕਾਫੀ ਸਾਰੀ ਡਿਸੀਜ਼ਜ਼ ਬਿਮਾਰੀਆਂ ਵੀ ਪੈਦਾ ਹੋ ਰਹੀਆਂ ਜਿਨ੍ਹਾਂ ਦਾ ਕੋਈ ਇਲਾਜ ਵੀ ਨਹੀਂ ਹੈਗਾ। ਤਾਂ ਇਹ ਦੇਖਦੇ ਹੋਏ ਸਾਡਾ ਸਾਹ ਲੈਣਾ ਵੀ ਅੱਜ ਦੇ ਟਾਈਮ ਦੇ ਵਿੱਚ ਔਖਾ ਹੋ ਗਿਆ ਅਤੇ ਜਿਹੜਾ ਸਾਰਾ ਇਨਵਾਇਰਮੈਂਟ ਹੈ ਨਾ ਉਹ ਸਾਰਾ ਡਿਸਬੈਲੈਂਸ ਹੋ ਗਿਆ ਹੋਇਆ। ਤਾਂ ਕਹਿੰਦੇ ਇਹਨੂੰ ਠੀਕ ਕਰਨ ਲਈ ਯੂਨਾਈਟਿਡ ਨੇਸ਼ਨਸ ਨੇ ਕੀ ਕੀਤਾ, ਇੱਕ ਇੰਟਰਨੈਸ਼ਨਲ ਲੈਵਲ ਉੱਤੇ ਕਾਨਫਰੰਸ ਬੁਲਾਈ। ਕਾਨਫਰੰਸ ਬੁਲਾ ਕੇ ਉਹਨਾਂ ਨੇ ਉਹਦੇ ਵਿੱਚ ਵੇਰੀਅਸ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹਨੇ ਡਿਸਕਸ ਕੀਤਾ, ਉਹਦਾ ਸੋਲਿਊਸ਼ਨ ਕੱਢਿਆ ਅਤੇ ਸੋਲਿਊਸ਼ਨ ਕੱਢ ਕੇ ਤਾਂ ਕਾਫੀ ਸਾਰੇ ਜਿਹੜੇ ਹੈਗੇ ਆ ਉਹ ਐਗਰੀਮੈਂਟ ਸਾਈਨ ਕੀਤੇ ਕਿ ਅਸੀਂ ਪੈਰਿਸ 'ਚ ਵੀ ਸਾਈਨ ਹੋਇਆ ਸੀਗਾ ਕਿ ਅਸੀਂ ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖਾਂਗੇ, ਗਲੋਬਲ ਵਾਰਮਿੰਗ ਘੱਟ ਸਕੇ। ਠੀਕ ਹੈ, ਤਾਂ ਕਹਿੰਦੇ ਇੱਦਾਂ ਕਰਕੇ ਇੰਟਰਨੈਸ਼ਨਲ ਪੋਲੀਟਿਕਸ ਜਿਹੜੀਆਂ ਹੈਗੀਆਂ ਉਹ ਕਾਫੀ ਸਾਰੇ ਵੇਰੀਅਸ ਇਨਵਾਇਰਮੈਂਟਲ ਇਸ਼ੂਜ਼ ਹੈ, ਕੋਈ ਇਸ਼ੂ ਹੈਗਾ ਉਹਨੂੰ ਡਿਸਕਸ ਕਰਨ ਦਾ ਵੀ ਕੰਮ ਕਰਦੀਆਂ ਹੈਗੀਆਂ। ਤਾਂ ਇਹਦੀ ਸਟੱਡੀ ਵਿੱਚ ਸਾਨੂੰ ਹੈਲਪਫੁਲ ਹੁੰਦੀ ਹੈਗੀ ਆ। ਨੈਕਸਟ ਅਸੀਂ ਪੁਆਇੰਟ ਕਰਾਂਗੇ ਸਟੱਡੀ ਆਫ ਦਾ ਰੋਲ ਆਫ ਇਕਨੋਮਿਕ ਫੈਕਟਰਸ। ਜਿੱਦਾਂ ਕਿ ਹੁਣ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਕੰਟਰੀ ਨੂੰ ਚਾਹੁੰਦੀ ਹੈ ਕਿ ਉਹ ਇਕੋਨਮੀ ਲੈਵਲ ਦੇ ਵਿੱਚ ਜਿਹੜੀ ਹੈਗੀ ਵਧੀਆ ਤੋਂ ਵਧੀਆ ਡੈਵਲਪ ਬਣੇ, ਕਿਉਂਕਿ ਜਿਹੜੀ ਇਕੋਨਮੀ ਵਧੀਆ ਹੈ ਠੀਕ ਉਹ ਪੈਸੇ ਜ਼ਿਆਦਾ ਆਉਂਗੇ ਤਾਂ ਉਹਦੀ ਜਿਹੜੀ ਇਕੋਨਮੀ ਹੈਗੀ ਵਧੀਆ ਰਨ ਕਰੂਗੀ, ਮਤਲਬ ਕੰਟਰੀ ਜਿਹੜੀ ਹੈਗੀ ਵਧੀਆ ਰਨ ਕਰੂਗੀ, ਡੈਵਲਪ ਹੋਊਗੀ, ਵੈਪਨਸ ਵਗੈਰਾ ਆਉਂਗੇ, ਪਾਵਰਫੁਲ ਵੀ ਹੋ ਜਾਊਗੀ। ਤਾਂ ਇਸ ਲਈ ਇਕੋਨਮਿਕ ਫੈਕਟਰ ਬਹੁਤ ਜ਼ਿਆਦਾ ਅੱਜ ਦੇ ਟਾਈਮ 'ਚ ਜ਼ਰੂਰੀ ਹੈਗੇ। ਇਕੋਨਮਿਕ ਫੈਕਟਰ ਕਿਹੜੇ ਹੁੰਦੇ ਹਨ? ਇੰਟਰਨੈਸ਼ਨਲ ਟ੍ਰੇਡ, ਬੈਲੈਂਸ ਆਫ ਪੇਮੈਂਟ, ਫੋਰਨ ਏਡ, ਇਹ ਸਾਰੇ ਸਾਡੇ ਇਕਨੋਮਿਕ ਫੈਕਟਰ ਹੁੰਦੇ। ਕਿ ਇੰਟਰਨੈਸ਼ਨਲ ਟ੍ਰੇਡ ਹੁੰਦਾ ਕਿਹੋ ਜਿਹਾ ਹੋ ਗਿਆ, ਬੈਲੈਂਸ ਆਫ ਪੇਮੈਂਟ ਹੁੰਦਾ ਹੈ ਕਿ ਜਿਹਦੇ ਵਿੱਚ ਸਾਨੂੰ ਸ਼ੋ ਹੁੰਦਾ ਹੈ ਕਿ ਇਹਨਾਂ ਦੇ ਟ੍ਰੇਡ ਇੰਪੋਰਟ ਜ਼ਿਆਦਾ ਕਿ ਐਕਸਪੋਰਟ ਜ਼ਿਆਦਾ ਹੈ, ਬੈਲੈਂਸ ਆਫ ਪੇਮੈਂਟ 'ਚ ਸ਼ੋ ਹੁੰਦਾ। ਫੋਰਨ ਏਡ, ਸਾਨੂੰ ਫੋਰਨ ਤੋਂ ਕਿੰਨੀ ਹੈਲਪ ਮਿਲ ਰਹੀ ਹੈ। ਤਾਂ ਇਹ ਸਾਰੀ ਕੁਛ ਚੀਜ਼ਾਂ ਇਕੋਨਮਿਕ ਫੈਕਟਰ ਹੁੰਦੇ ਹਨ। ਠੀਕ ਹੈ, ਅਤੇ ਇਹਨਾਂ ਨੂੰ ਇਕੋਨਮਿਕ ਦੇ ਫੈਕਟਰਸ ਨੂੰ ਜੇ ਕੁਛ ਵੀ ਪ੍ਰੋਬਲਮ ਆਈ ਹੈ ਤਾਂ ਉਹਨੂੰ ਸਹੀ ਕਰਨ ਲਈ ਵੱਡੀਆਂ ਔਰਗਨਾਈਜੇਸ਼ਨ ਬਣਾਈਆਂ ਹੋਈਆਂ ਯੂਨੀਵਰਸ ਮਤਲਬ ਵਰਲਡ ਲੈਵਲ 'ਤੇ ਉਹ ਹਨ ਕਿ ਜਿਵੇਂ ਕਿ ਇੰਟਰਨੈਸ਼ਨਲ ਮੋਨੀਟਰੀ ਫੰਡ, ਵਰਲਡ ਬੈਂਕ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਇਹ ਸਾਰਾ ਕੁਛ ਇਹ ਕੀ ਕਰਦੀਆਂ ਹਨ, ਹੈਲਪ ਕਰਦੀਆਂ ਹਨ ਅਗਰ ਕਿਸੇ ਨੂੰ ਕੱਲ੍ਹ ਨੂੰ ਕੋਈ ਵੀ ਦਿੱਕਤ ਵਗੈਰਾ ਆਵੇ। ਬਟ ਕਹਿੰਦੇ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਕੰਟਰੀ ਰਿਚ ਹੈ ਉਹੀ ਜ਼ਿਆਦਾ ਡੋਮੀਨੈਂਟ, ਉਹੀ ਜ਼ਿਆਦਾ ਦਬਾਅ ਪਾਉਂਦੀ ਹੈਗੀ ਹੈ ਹਰ ਇੱਕ ਪੂਅਰ ਕੰਟਰੀਜ਼ ਵਗੈਰਾ ਉੱਤੇ, ਕਿਉਂਕਿ ਇਹਨਾਂ ਕੋਲ ਪੈਸਾ ਜ਼ਿਆਦਾ ਹੁੰਦਾ ਅਤੇ ਇਹਨਾਂ ਦੀ ਕੋਈ ਗੱਲ ਨੂੰ ਕੋਈ ਮਨਾ ਨਹੀਂ ਕਰ ਸਕਦਾ। ਠੀਕ ਹੈ, ਜਿਵੇਂ ਕਿ ਅੱਜ ਦੇ ਟਾਈਮ ਦੇ ਵਿੱਚ ਅਮਰੀਕਾ ਹੈਗਾ, ਅਮਰੀਕਾ ਅਗਰ ਅੱਜ ਦੇ ਟਾਈਮ 'ਚ ਕਿਸੇ ਨੂੰ ਕਹਿ ਦਿੰਦਾ ਹੈ ਕਿ ਇਹ ਕੰਮ ਤੁਸੀਂ ਨਹੀਂ ਕਰਨਾ ਤਾਂ ਉਹਨੂੰ ਮੰਨਣਾ ਪੈਂਦਾ ਹੈ, ਕਿਉਂਕਿ ਉਹ ਜਿਹੜਾ ਪਾਵਰਫੁਲ ਨੇਸ਼ਨ ਹੈਗਾ ਆ। ਨੈਕਸਟ ਇਹ ਵੀ ਨਹੀਂ ਹੋਰ ਕਿਹੜਾ ਪੁਆਇੰਟ ਵਧੀਆ ਜੇ ਮੈਂ ਉਹੀ ਕਰਾਉਂਗੀ। ਹੁਣ ਅਗਲਾ ਪੁਆਇੰਟ ਇਹ ਲਾਸਟ ਪੁਆਇੰਟ ਕਰਾਂਗੇ ਕਿਉਂਕਿ ਮੇਰੇ ਹਿਸਾਬ ਨਾਲ ਆਪਾਂ ਕਾਫੀ ਸਾਰੇ ਪੁਆਇੰਟਸ ਕਵਰ ਕਰ ਲਏ ਹਨ ਅਤੇ ਉਹ ਇਨਫ ਹੈਗੇ ਆ। ਠੀਕ ਹੈ, ਸਟੱਡੀ ਆਫ ਡੈਮੋਗ੍ਰਾਫਿਕ ਫੈਕਟਰਸ। ਕਹਿੰਦੇ ਅੱਜ ਦੇ ਟਾਈਮ ਦੇ ਵਿੱਚ ਅਗਰ ਪਾਪੂਲੇਸ਼ਨ ਵੱਧ ਜਾਵੇ ਤਾਂ ਉਹ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਚੀਜ਼ ਬਣ ਜਾਂਦੀ ਹੈ ਕੰਟਰੀ ਲਈ। ਠੀਕ ਹੈ, ਕਿਉਂਕਿ ਅਗਰ ਤਾਂ ਪਾਪੂਲੇਸ਼ਨ ਜ਼ਿਆਦਾ ਹੈ ਤਾਂ ਉਹਨਾਂ ਨੂੰ ਟੈਕਲ ਕਰਨਾ, ਉਹਨਾਂ ਦੀ ਡਿਮਾਂਡਸ ਨੂੰ ਪੂਰਾ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਅੱਜ ਦੇ ਟਾਈਮ ਦੇ ਵਿੱਚ। ਤਾਂ ਕਹਿੰਦੇ ਜਿਹੜੀ ਗਰੋਥ ਉੱਤੇ ਜਿਹੜਾ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਅਗਰ ਕਹਿੰਦੇ ਪਾਪੂਲੇਸ਼ਨ ਬਹੁਤ ਜ਼ਿਆਦਾ ਵੱਧ ਜਾਵੇ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਜਨਮ ਦੇਣਗੇ, ਜਿਵੇਂ ਕਿ ਪ੍ਰੋਬਲਮ ਆਫ ਹੰਗਰ, ਲੋਕੀ ਭੁੱਖੇ ਰਹਿ ਜਾਊਗੇ, ਸਟਾਰਵੇਸ਼ਨ, ਠੀਕ ਹੈ, ਅਨਐਮਪਲੋਇਮੈਂਟ ਹੋ ਜਾਂਦੀ ਹੈ, ਗਰੋਥ ਰੇਟ ਜਿਹੜਾ ਹੈਗਾ ਉਹ ਲੋ ਹੋ ਜਾਂਦਾ ਹੈ ਕੰਟਰੀਜ਼ ਦਾ, ਅਤੇ ਕੰਟਰੀਆਂ ਨੂੰ ਹੋਰ ਵੀ ਕਾਫੀ ਪ੍ਰੋਬਲਮ ਜਿਹੜੀਆਂ ਹੈਗੀਆਂ ਆ ਉਹ ਫੇਸ ਕਰਨੀਆਂ ਪੈਂਦੀਆਂ ਕਿਉਂਕਿ ਜਦੋਂ ਉਹਨਾਂ 'ਚ ਪੈਸਾ ਹੀ ਖਤਮ ਹੋ ਗਿਆ। ਠੀਕ ਹੈ, ਇਹ ਸਾਰੀ ਚੀਜ਼ਾਂ ਨੂੰ ਉਹ ਸੋਲਵ ਵੀ ਨਹੀਂ ਕਰ ਪਾ ਰਹੇ ਆ ਅਤੇ ਉਹਦੇ ਕਰਕੇ ਉਹਨਾਂ ਨੂੰ ਇਸ ਚੀਜ਼ ਤੋਂ ਬਾਹਰ ਨਿਕਲਦੇ ਵੀ ਕਈ ਸਾਲ ਲੱਗ ਜਾਂਦੇ ਆ, ਤਾਂ ਕਿੰਨੀ ਸਾਲ ਪਿੱਛੇ ਚੱਲ ਜਾਂਦੀ ਆ ਉਹ ਕੰਟਰੀ। ਤਾਂ ਇਸ ਲਈ ਕਹਿੰਦੇ ਸ਼ੁਰੂ ਤੋਂ ਹੀ ਜਿਹੜੇ ਹੈਗੇ ਆ ਡੈਮੋਗ੍ਰਾਫੀ 'ਚ ਫੈਕਟਰਸ ਨੂੰ ਦੇਖਦੇ ਹੋਏ ਸਾਨੂੰ ਪੋਪੂਲੇਸ਼ਨ ਨੂੰ ਰੋਕ ਲਗਾ ਦੇਣੀ ਚਾਹੀਦੀ ਕਿ ਅਗਰ ਇਸ ਤੋਂ ਵੱਧ ਹੋ ਗਈ ਤਾਂ ਇਹਨਾਂ ਲਈ ਬਹੁਤ ਜ਼ਿਆਦਾ ਔਖਾ ਹੋ ਜਾਣਾ ਹੈ ਕੱਲ੍ਹ ਨੂੰ। ਸੋ ਦ ਵਰਲਡ ਇਜ਼ ਫੇਸਿੰਗ ਦ ਪ੍ਰੋਬਲਮ ਆਫ ਕੰਟਰੋਲਿੰਗ ਪਾਪੂਲੇਸ਼ਨ। ਅੱਜ ਦੇ ਟਾਈਮ ਦੇ ਵਿੱਚ ਉਹ ਜਿਹੜਾ ਪੂਰਾ ਵਰਲਡ ਹੈਗਾ ਉਹ ਫੇਸ ਕਰ ਰਿਹਾ ਪ੍ਰੋਬਲਮ ਨੂੰ ਕਿ ਅਸੀਂ ਪਾਪੂਲੇਸ਼ਨ ਜ਼ਿਆਦਾ ਤੋਂ ਜ਼ਿਆਦਾ ਨਾ ਵਧਾਈਏ। ਸੈਂਟਰ ਐਂਡ ਪ੍ਰੋਗਰਾਮਸ ਆਫ ਡੈਮੋਗ੍ਰਾਫਿਕ ਸਟੱਡੀ ਐਗਜ਼ਿਸਟ ਇਨ ਮੈਨੀ ਕੰਟਰੀਜ਼, ਫ੍ਰੀਕੁਐਂਟ ਕਾਨਫਰੰਸ ਡਿਸਕਸ। ਤਾਂ ਕਹਿੰਦੇ ਅੱਜ ਕੱਲ੍ਹ ਦੇ ਟਾਈਮ 'ਚ ਕਾਫੀ ਸਾਰੀ ਆਪਾਂ ਕਾਨਫਰੰਸ ਵੀ ਕਰਦੇ ਇੱਕ ਦੂਜੇ ਨਾਲ ਜਾ ਕੇ ਮਿਲ ਕੇ ਕੰਟਰੀਜ਼ ਕਿ ਕਿਵੇਂ ਵੱਡੇ ਲੈਵਲ ਤੋਂ ਜਾ ਕੇ ਕਾਨਫਰੰਸ ਵੀ ਕਰਦੇ ਹਨ ਕਿ ਕਿਵੇਂ ਇਹਨਾਂ ਨੂੰ ਰੋਕਿਆ ਜਾਵੇ। ਠੀਕ ਹੈ, ਸੋ ਮੇਰੇ ਹਿਸਾਬ ਦੇ ਨਾਲ ਇੰਨੇ ਪੁਆਇੰਟਸ ਬਹੁਤ ਨੇ ਤੁਹਾਨੂੰ, ਅਤੇ ਆਈ ਹੋਪ ਜੋ ਵੀ ਮੈਂ ਕਰਾਇਆ ਉਹ ਤੁਹਾਨੂੰ ਸਮਝ ਲੱਗਿਆ ਹੋਵੇਗਾ। ਅਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਇੱਦਾਂ ਦੀਆਂ ਹੋਰ ਵੀਡੀਓਜ਼ ਲੈ ਕੇ ਆਵਾਂ ਤਾਂ ਤੁਸੀਂ ਪਲੀਜ਼ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਅਤੇ ਕਮੈਂਟ ਵੀ ਕਰਿਆ ਕਰੋ। ਸਟਿਲ ਅਗਰ ਕੋਈ ਪੁਆਇੰਟਸ ਜਿਹਦੇ ਵਿੱਚ ਸਾਨੂੰ ਡਿਫੀਕਲਟੀ ਆਏਗੀ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ, ਅਤੇ ਆਈ ਹੋਪ ਕਿ ਤੁਸੀਂ ਇਹਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰਨਗੇ। ਸੋ ਮੈਂ ਨੈਕਸਟ ਵੀਡੀਓ ਤੁਸੀਂ ਮੈਨੂੰ ਦੱਸ ਦੇਣਾ ਹੋਰ ਤੁਹਾਨੂੰ ਕਿਹੜੀ ਚਾਹੀਦੀ ਹਨ ਅਤੇ ਮੈਂ ਟਰਨ ਬਾਈ ਟਰਨ ਸਾਰੀ ਬਣਾ ਦੇਵਾਂਗੀ। ਅਤੇ ਸੋ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।